ਸਾਹਿਬ ਜੀ। ਸੋਰਠ ਮਹਲਾ ਨੌਵਾਂ। ਮਨ ਰੇ ਕੌਣ ਕੁਮਤ ਤੈ ਲੀਨੀ, ਪਾਰਦਾਰ ਨਿੰਦਿਆ ਰਸ ਰਚਿਓ। ਰਾਮ ਭਗਤ ਨਹਿ ਕੀਨੀ, ਮਨ ਰੇ ਕੌਣ ਕੁਮਤ ਤੈ ਲੀਨੀ, ਪਾਰਦਾਰ ਨਿੰਦਿਆ ਰਸ ਰਚਿਓ। ਰਾਮ ਭਗਤ ਨਹਿ ਕੀਨੀ, ਰਹਾਉ। ਮੁਕਤ ਪੰਥ ਜਾਣਿਉ ਤੈ ਨਾਹਿਨ, ਧਨ ਜੋਰਨ ਕਉ ਧਾਇਆ। ਅੰਤ ਸੰਗ ਕਾਹੂ ਨਹੀਂ ਦੀਨਾ, ਬਿਰਥਾ ਆਪ ਬੰਧਾਇਆ। ਨਾ ਹਰਿ ਭਜਿਓ ਨ ਗੁਰ ਜਨ ਸੇਵਿਓ, ਨਹਿ ਉਪਜਿਓ ਕਛ ਗਿਆਨਾ। ਕਟਹਿ ਮਾਹਿ ਨਿਰੰਜਨ ਤੇਰਾ, ਤੈ ਖੋਜਤ ਉਦਿਆਨਾ। ਬਹੁਤ ਜਨਮ ਪਰ ਮਤ ਤੈ ਹਾਰਿਓ, ਅਸਥਿਰ ਮਤ ਨਹੀਂ ਪਾਈ। ਮਾਨਸ ਦੇਹ ਪਾਏ ਪਦ ਹਰ ਭਜ, ਨਾਨਕ ਬਾਤ ਬਤਾਈ। ਬਹੁਤ ਜਨਮ ਭਰਮਤ ਤੈ ਹਾਰਿਓ, ਅਸਥਿਰ ਮਤ ਨਹੀਂ ਪਾਈ। ਮਾਨਸ ਦੇਹ ਪਾਏ ਪਦ ਹਰ ਭਜ, ਨਾਨਕ ਬਾਤ ਬਤਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਬਰ ਤਖਤ ਸਿੰਘਾਸਨ ਦੇ ਮਾਲਕ, ਰਾਜਾ ਨਰਾਜ ਪ੍ਰਧਾਨ ਭਾਨ, ਦੀਵਾਨ ਦੇਵ ਉਪਮਾ ਮਹਾਨ। ਗਵਾਲੀਏ ਕੁਲਾਲਮ ਸਰਬ ਕਾਇਨਾਤ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ, ਸ਼ਬਦ ਗੁਰੂ ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਤਿੰਨਾਂ ਦੀ ਪਾਵਨ ਮੁਬਾਰਕ ਹਜ਼ੂਰੀ ਅੰਦਰ ਹਾਜ਼ਰੀਨ ਸਤ ਸੰਗੀ ਜਨੋ, ਸਤਿਗੁਰਾਂ ਜੀ ਦੀ ਅਪਾਰ ਬਖਸ਼ਿਸ਼ ਕਿਰਪਾ ਹੋਈ ਹੈ। ਸਾਹਿਬ ਜੀਆਂ ਨੇ ਤਰੁੱਠ ਕੇ ਬਖਸ਼ਿਸ਼ ਕੀਤੀ। ਸ਼ਾਮ ਦੇ ਦੀਵਾਨ ਸੱਜੇ ਸੱਜੇ ਦੀਵਾਨਾਂ ਅੰਦਰ सौदा रहरास साहिब जी के जाप उपरंत अमृत बाणी का कीर्तन उपरंत जो लड़ीवार कथा चल रही है, आप जिया ने सोरठ राग के अंदर धन गुरु तेग बहादुर महाराज जिया के पावन शब्द नंबर 3 नूं श्रवण किया है। आओ साहिब अज दे इस पावन पवित्र हुक्म दे अंदर सानू की उपदेश करते ने। आओ पावन विचार दे नाल जुड़न तो पहला बड़े अदब सत्कार दे नाल मन चित एकाग्र कर सतगुरां जी दे पास हाजरी दवाइए, रसना नू करिए पवित्र फतेह दी सांझ। वाहिगुरू जी का खालसा, वाहिगुरू जी की फतेह। सतगुरां जी की अपार बख्शिश हुई है। साहिब जी धन गुरु तेग बहादुर महाराज नौवें नानक धर्म रखे
ਤਿੰਨਾਂ ਦੀ ਪਾਕ ਪਵਿੱਤਰ ਬਾਣੀ, ਜਿਸ ਦੀ ਆਪਾਂ ਨੇ ਪਿਛਲੇ ਦਿਨਾਂ ਅੰਦਰ ਵਿਚਾਰ ਸ਼ੁਰੂ ਕੀਤੀ। ਸਤਿਗੁਰਾਂ ਜੀ ਦੇ 1 ਮਈ ਨੂੰ 400 ਸਾਲਾ ਪ੍ਰਕਾਸ਼ ਪੁਰਬ ਆ ਰਿਹਾ ਹੈ। ਉਹਨੂੰ ਸਮਰਪਿਤ ਸਤਿਗੁਰਾਂ ਜੀ ਦੀ ਪਾਵਨ ਬਾਣੀ ਦੇ ਵਿਚਾਰ ਲੜੀਵਾਰ ਇਸੇ ਤਰ੍ਹਾਂ ਚੱਲੇਗੀ। ਸਾਹਿਬ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਇਸ ਸੋਰਠ ਰਾਗ ਦੇ ਅੰਦਰ ਸ਼ਬਦ, ਜਿਸ ਦਾ ਆਪ ਜੀਆਂ ਨੇ ਜਾਪ ਦਾਸ ਪਾਸੋਂ ਸਰਵਣ ਕੀਤਾ ਹੈ। ਸੋਰਠ ਮਹੱਲਾ 9ਵਾਂ ਰਾਗ ਸੋਰਠ ਹੈ ਔਰ 9ਵੇਂ ਦਤਾਰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਪਾਕ ਬਾਣੀ। ਸਾਹਿਬ ਕਹਿੰਦੇ, ਮਨ ਰੇ ਕੌਣ ਕੁਮਤ ਤੈ ਲੀਨੀ, ਪਰ ਦਾਰਾ ਨਿੰਦਿਆ ਰਸ ਰਚਿਓ, ਰਾਮ ਭਗਤ ਨਹਿ ਕੀਨੀ ਰਹਾਉ। ਇਹ ਪਾਵਨ ਸ਼ਬਦ ਦੇ ਰਹਾਉ ਵਾਲੇ ਬੰਦ ਹਨ। ਸਾਹਿਬ ਸਤਿਗੁਰਾਂ ਜੀ ਦੇ ਪਾਵਨ ਇਹ ਰਾਗ ਸੋਰਠ ਦੇ ਬਚਨ ਹਨ। ਇਹਨਾਂ ਦੇ ਅੰਦਰ ਸਾਹਿਬ ਨੇ ਬਹੁਤਾਤ ਅੰਦਰ ਮਨ ਨੂੰ ਹੀ ਸੰਬੋਧਨ ਕੀਤਾ ਹੈ। ਜਿਵੇਂ ਸਤਿਗੁਰਾਂ ਜੀ ਦਾ ਇਸੇ ਰਾਗ ਦੇ ਅੰਦਰ ਪਹਿਲਾ ਸ਼ਬਦ ਸੀ, ਰੇ ਮਨ ਰਾਮ ਸਿਉ ਕਰ ਪ੍ਰੀਤ। ਹੈ ਮਨਾ, ਮਾਲਕ ਪ੍ਰੀਤਮ ਪਿਆਰਾ ਜਿਹੜਾ ਸਭਨਾਂ ਦਾ ਰੱਖਿਅਕ ਹੈ, ਜਿਹੜਾ ਮਾਲਕ ਸਭਨਾਂ ਨੂੰ ਰਿਜ਼ਕ ਦੇਣਹਾਰਾ ਹੈ, ਪੈਦਾਇਸ਼ ਕਰਨਹਾਰਾ ਹੈ। ਜੀਉ ਪਿੰਡ ਮੁਖ ਨੱਕ ਦਿਆ, ਬਰਤਨ ਕੋ ਪਾਣੀ। ਅੰਨ ਖਾਣਾ ਕੱਪੜ ਪਹਿਨਣ ਦਿਆ, ਰਸ ਅੰਨ ਕੋ ਗਾਣੀ। ਸਾਹਿਬ ਕਹਿੰਦੇ, ਭਾਈ ਜਿਹੜਾ ਸਭ ਕੁਝ ਦੇਣਹਾਰਾ ਹੈ, ਅਜਿਹੇ ਮਾਲਕ ਨੂੰ ਸਦਾ ਯਾਦ ਕਰ। ਇਹ ਵਿਸਾਰਨਾ ਮਾਲਕ ਦੇ ਨਾਲ ਪ੍ਰੀਤ ਕਰ। ਇਹਨਾਂ ਸ਼ਰਵਨਾਂ ਦੇ ਨਾਲ, ਇਸ ਰਸਨਾ ਦੇ ਨਾਲ, ਕੰਨਾਂ ਦੇ ਨਾਲ ਉਹਦੇ ਜਸ ਨੂੰ ਸੁਣ। ਨਿੰਦਿਆ ਤਾਂ ਤਿਆਗ ਕਰਕੇ ਮਾਲਕ ਦੀ ਸਿਫਤ ਸੁਣ, ਤੇ ਜ਼ੁਬਾਨ ਦੇ ਨਾਲ ਫਾਲਤੂ ਵਿਅਰਥ ਬੋਲਣਾ ਤਿਆਗ ਕੇ ਜੇ ਬੋਲਣਾ ਹੈ ਤੇ ਮਾਲਕ ਦੀ ਸਿਫਤ ਦੇ ਅੰਦਰ ਬੋਲ। ਫਿਰ ਸਤਿਗੁਰਾਂ ਨੇ ਦੂਸਰੇ ਸ਼ਬਦ ਦੇ ਅੰਦਰ ਬਚਨ ਕੀਤੇ, ਕਹਿੰਦੇ ਨਹੀਂ ਤੇ ਭਾਈ ਹੈ ਮਨਾ, ਕਿਤੇ ਇਹ ਨਾ ਹੋਵੇ ਬਾਅਦ ਅੰਦਰ ਤੈਨੂੰ ਇਹ ਪਛਤਾਵਾ ਹੋਵੇ ਵੀ ਕਾਸ਼ ਕਿਤੇ ਉਦੋਂ ਐਵੇਂ ਕਰ ਲੈਂਦੇ, ਤੇ ਕਿਤੇ ਮਨ ਦੇ ਅੰਦਰ ਹੀ ਬਣਾਏ ਦਾ ਬਣਾਇਆ ਪਲੈਨ ਧਰਿਆ ਧਰਾਇਆ ਨਾ ਰਹਿ ਜਾਵੇ। ਸਾਹਿਬ ਫਿਰ ਅਗਲੇ ਸ਼ਬਦ ਦੇ ਅੰਦਰ ਸਾਨੂੰ ਸੁਚੇਤ ਕਰਦੇ, ਕਹਿੰਦੇ ਮਨ ਕੀ ਮਨ ਹੀ ਮਾਹੇ ਰਹੇ, ਨਾ ਹਰ ਭਜੇ ਨ ਤੀਰਥ ਸੇਵੇ, ਚੋਟੀ ਕਾਲ ਗਹੀ। ਕਹਿੰਦੇ ਦੇਖੀ ਭਾਈ ਕਿਤੇ ਐਵੇਂ ਨਾ ਹੋਵੇ ਵੀ ਮਨ ਦੀ ਮਨ ਅੰਦਰ ਹੀ ਰਹਿ ਜਾਵੇ, ਨਾ ਤੂੰ ਹਰੀ ਮਾਲਕ ਦੀ ਸਿਫਤ ਦੇ ਅੰਦਰ ਹੀ ਜੁੜ ਸਕੇ, ਨਾ ਰੱਬੀ ਪਿਆਰਿਆਂ ਦੀ ਸੰਗਤ ਕਰ ਪਾਵੇ, ਤੇ ਅੰਤ ਰੈਣ ਜਿਹੜੀ ਹੈ ਇਹ ਜੀਵਨ ਰੂਪੀ, ਇਹ ਉਮਰ ਰੂਪੀ ਰਾਤ ਬੀਤ ਜਾਵੇ। ਤੇ ਕਹਿੰਦੇ ਪਿੱਛੇ ਫਿਰ ਪਛਤਾਉਣ ਦਾ ਵੀ ਕੋਈ ਲਾਭ ਨਹੀਂ। ਫਿਰ ਸਤਿਗੁਰਾਂ ਨੇ ਜੋ ਅੱਜ ਦਾ ਪਾਵਨ ਸ਼ਬਦ ਇਸ ਅੰਦਰ ਬਚਨ ਕੀਤੇ, ਕਹਿਣ ਲੱਗੇ ਮਨਾ ਸੁਚੇਤ ਹੋ, ਮਨ ਰੇ ਕੌਣ ਕੁਮਤ ਤੈ ਲੀਨੀ। ਹੈ ਮਨਾ, ਕਿਹੜੀ ਕੁਮਤ ਤੋਂ ਭਾਵ ਹੁੰਦਾ ਹੈ ਭੈੜੀ ਮਤ। ਮਨਾ ਕਿਹੜੀ ਮਤ ਤੋਂ ਧਾਰਨ ਕਰ ਲਈ ਹੈ। ਪਾਰਦਾਰਾ ਨਿੰਦਿਆ ਰਸ ਰਚਿਓ, ਰਾਮ ਭਗਤ ਨਹਿ ਕੀਨੀ। ਇਹ ਕਿਵੇਂ ਦੀ ਮਤ ਧਾਰਨ ਕਰੀ ਬੈਠਾ ਹੈ, ਕਿਉਂਕਿ ਜਦੋਂ ਮਤ ਦੀ ਗੱਲ ਆਵੇਗੀ ਤੇ ਸਾਹਿਬ ਬਾਣੀ ਦੇ ਅੰਦਰ ਬਚਨ ਵਰਤਦੇ ਨੇ, ਕਹਿੰਦੇ ਭਾਈ ਜੇ ਤੇ ਤੂੰ ਲਵੇਂ ਗੁਰੂ ਦੀ ਮੱਤ, ਤੇ ਗੁਰੂ ਦੀ ਮੱਤ ਕੀ ਹੈ?
ਗੁਰੂ ਦੀ ਸਿੱਖਿਆ ਕੀ ਹੈ, ਗੁਰੂ ਦੇ ਬਚਨ ਕੀ ਹਨ। ਕਹਿੰਦੇ ਭਾਈ ਇਸੇ ਹੀ ਤੇਰੀ ਸੁਰਤ ਦੇ ਅੰਦਰ ਜੇ ਮਾਲਕ ਦੀ ਸਿੱਖਿਆ ਵਸ ਜਾਵੇ ਤੇ ਇਹ ਸੁਰਤ ਇੰਨੀ ਕੀਮਤੀ ਹੋ ਜਾਵੇਗੀ ਜਿਹਦਾ ਕੋਈ ਅੰਤ ਨਹੀਂ। ਮੱਤ ਵਿੱਚ ਰਤਨ ਜਵਾਹਰ ਮਾਨਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਕਹਿੰਦੇ ਗੁਰੂ ਦੀ ਸਿੱਖਿਆ ਜੇ ਸੁਣ ਹਿਰਦੇ ਦੇ ਅੰਦਰ ਵਸਾ ਲਵੇ ਤੇ ਇਹ ਹੀ ਮੱਤ, ਜਿਹਨੂੰ ਭੈੜੀ ਮੱਤ ਵੀ ਸਾਹਿਬ ਨੇ ਬਾਣੀ ਦੇ ਅੰਦਰ ਕਿਹਾ ਹੈ, ਔਰ ਇਹਨੂੰ ਮਨਮੁਖ ਦੀ ਬਿਰਤੀ ਕਰਕੇ ਵੀ ਜਾਣਿਆ ਹੈ। ਇਸੇ ਮੱਤ ਕਰਕੇ ਸਾਹਿਬ ਨੇ ਜੀਵ ਨੂੰ ਅਕਿਰਤ ਧਨ ਵੀ ਕਿਹਾ ਹੈ। ਇਹੀ ਮੱਤ ਹੈ ਜਿਹਦਾ ਕਰਕੇ ਜੀਵ ਜਿਹੜਾ ਹੈ ਗੁਰੂ ਤੋਂ ਬੇਮੁਖ ਹੁੰਦਾ ਹੈ, ਮਨਮੁਖ ਹੁੰਦਾ ਹੈ, ਸਾਖਤ ਬਣਦਾ ਹੈ। ਤੇ ਸਾਹਿਬ ਕਹਿੰਦੇ ਭਾਈ ਇਹ ਤਮਾਮ ਜੀਵ ਜਿਹੜੇ ਨੇ ਇਹ ਸਾਰੇ ਹੀ ਗੁਰੂ ਤੋਂ ਟੁੱਟੇ ਹੋਣ ਕਰਕੇ ਵੱਖ-ਵੱਖ ਦੁੱਖ ਭੋਗਦੇ ਨੇ। ਸਾਹਿਬ ਨੇ ਫਿਰ ਬਾਣੀ ਦੇ ਅੰਦਰ ਵੱਖ-ਵੱਖ ਜੀਵਾਂ ਦਾ ਦੱਸਿਆ। ਜੇ ਮਨਮੁਖ ਦੀ ਮਨ ਦੀ ਮੱਤ, ਭੈੜੀ ਮੱਤ ਦੇ ਮਗਰ ਚੱਲਣ ਦੀ ਗੱਲ ਸਾਹਿਬ ਨੇ ਬਾਣੀ ਦੇ ਅੰਦਰ ਕੀਤੀ ਤੇ ਕਹਿੰਦੇ ਭਾਈ ਮਨਮੁਖ ਦਾ ਸੁਭਾਅ ਕੀ ਹੈ। ਮਨਮੁਖ ਕਹਿੰਦੇ ਭਾਈ ਇੱਕ ਖੇਤ ਦੀ ਤਰ੍ਹਾਂ ਹੈ। ਉਸ ਖੇਤ ਦੇ ਅੰਦਰ ਜਿਵੇਂ ਕਿਸਾਨ ਦੇ ਪਾਸ ਖੇਤ ਹੈ ਤੇ ਖੇਤ ਦੇ ਅੰਦਰ ਉਹ ਖੇਤ ਨੂੰ ਰੌਣੀ ਕਰਦਾ ਏ, ਔਰ ਰੌਣੀ ਕਰਕੇ ਖੇਤ ਨੂੰ ਵਾਹ ਕੇ ਉਹਦੇ ਅੰਦਰ ਜੋ ਬੀਜ ਬੀਜਦਾ ਹੈ, ਉਹ ਬੀਜ ਨੂੰ ਬੀਜ ਕੇ ਤੇ ਫਿਰ ਉਹ ਉਹਦੀ ਉਡੀਕ ਕਰਦਾ ਏ। ਬੀਜ ਜੇ ਇੱਕ ਬੀਜਿਆ ਏ ਤੇ ਉਹ ਇੱਕ ਬੀਜ ਦੇ ਉੱਪਰੋਂ ਕਈ ਬੀਜ ਬਾਹਰ ਨਿਕਲਣੇ ਨੇ। ਇੱਕ ਬੀਜ ਦੇ ਨਾਲ ਕਣਕ ਦਾ ਬੂਟਾ ਤਿਆਰ ਹੋਇਆ ਔਰ ਉਹਦੇ ਉੱਪਰ ਸਿੱਟਾ ਲੱਗਾ ਔਰ ਸਿੱਟੇ ਦੇ ਅੰਦਰ ਕਿਤਨੇ ਕਣਕ ਦੇ ਬੀਜ ਤਿਆਰ ਹੋ ਗਏ। ਸਾਹਿਬ ਕਹਿੰਦੇ ਭਾਈ ਜਿਵੇਂ ਕਿਸਾਨ ਖੇਤ ਦੇ ਅੰਦਰ ਆਪਣੀ ਮਿਹਨਤ ਮਸ਼ੱਕਤ ਘਾਲ ਕਮਾਈ ਕਮਾਉਂਦਾ ਏ, ਘਾਲਦਾ ਏ, ਉਹ ਬੀਜ ਬੀਜਦਾ ਏ ਤਾਂ ਕਿ ਉਹਨੂੰ ਮੁਨਾਫਾ ਹੋਵੇ। ਉਹ ਫਿਰ ਮਿਹਨਤ ਕਰਦਾ ਏ ਤੇ ਇੱਕ ਸਮਾਂ ਆਉਂਦਾ ਏ ਜਦੋਂ ਉਹ ਮੁਨਾਫਾ ਵੀ ਕਮਾਉਂਦਾ ਹੈ। ਸਾਹਿਬ ਕਹਿੰਦੇ ਭਾਈ ਮਨਮੁਖ ਵੀ ਹੈ ਤੇ ਖੇਤ ਦੀ ਤਰ੍ਹਾਂ ਹੀ ਮੁਨਾਫਾ ਇਹ ਵੀ ਕਮਾਉਂਦਾ ਏ, ਪਰ ਕਹਿੰਦੇ ਜਿਹੜਾ ਕਿਸਾਨ ਹੈ ਉਹ ਮੁਨਾਫਾ ਮਿਹਨਤ ਕਰਕੇ ਤੇ ਉਹ ਚੰਗਾ ਮੁਨਾਫਾ ਕਮਾ ਲੈਂਦਾ ਏ। ਕਹਿੰਦਾ ਇਹ ਔਗਣਾਂ ਨੂੰ ਇਕੱਠਿਆਂ ਕਰ ਕਰਕੇ ਔਗਣਾਂ ਨੂੰ ਹੀ ਹੁਣ ਇੱਕ ਔਗਣ ਬੀਜਿਆ ਤੇ ਉਹਦੇ ਕਈ ਔਗਣ ਨਿਕਲ ਆਏ। ਤੇ ਕਹਿੰਦੇ ਇਵੇਂ ਹੀ ਭਾਈ ਮੁਨਾਫਾ ਇਹ ਵੀ ਕਮਾਉਂਦਾ ਏ। ਗੁਰਮੁਖ ਕਿਸਾਨ ਗੁਣਾਂ ਦਾ ਕਮਾ ਲੈਂਦਾ ਏ, ਕਿਰਤ ਕਮਾਈ ਦਾ ਕਮਾ ਲੈਂਦਾ ਏ। ਤੇ ਕਹਿੰਦੇ ਇਹ ਮਨਮੁਖ ਬਿਰਤੀ ਵਾਲਾ ਇਹ ਔਗਣਾਂ ਨੂੰ ਹੀ ਜਿਹੜਾ ਇਹ ਮਲਟੀਪਲਾਈ ਕਰੀ ਜਾਂਦਾ। ਸਾਹਿਬ ਨੇ ਉਦਾਹਰਨ ਦਿੱਤੀ, ਕਹਿੰਦੇ ਮਨਮੁਖ ਦੁੱਖ ਕਾ ਖੇਤ ਹੈ, ਦੁੱਖ ਬੀਜੈ ਦੁੱਖ ਖਾਏ, ਦੁੱਖ ਵਿੱਚ ਜੰਮੈ ਦੁੱਖ ਮਰੈ, ਹਉਮੈ ਕਰਤ ਵਿਹਾਏ। ਕਹਿੰਦੇ ਇਹ ਦੁੱਖ ਹੀ ਬੀਜਦਾ ਏ। ਤੇ ਹੁਣ ਸਾਹਿਬ ਦੀ ਬਾਣੀ ਦਾ ਤੇ ਬਚਨ ਅਟਲ ਹੈ, ਪਾਕ ਬਾਣੀ ਦਾ ਬਚਨ ਹੈ ਕਿ ਭਾਈ ਬੀਜੈ ਵੇਖ ਮੰਗੇ ਅੰਮ੍ਰਿਤ ਵੇਖੋ ਇਹ ਨਿਆਂ। ਕਹਿੰਦੇ ਇਹ ਨਿਆਂ ਨਹੀਂ ਕਿ ਬੀਜ ਕੇ ਤੂੰ ਯਾਰ ਤੇ ਤੂੰ ਫਲ ਦੀ ਜਿਹੜੀ ਹੈ ਉਹ ਅੰਮ੍ਰਿਤ ਦੀ ਪ੍ਰਾਪਤੀ ਰੱਖੇ। ਕਹਿੰਦੇ ਨਹੀਂ, ਜੋ ਬੀਜੇਗਾ ਜਿੱਦਾਂ ਦਾ ਬੋਵੇਗਾ ਕਹਿੰਦੇ ਉਵੇਂ ਦਾ ਹੀ ਭਾਈ ਉੱਗੇਗਾ। ਤਾਂ ਕਰ ਸਾਹਿਬ ਬਚਨ ਕਰਦੇ, ਕਹਿੰਦੇ ਭਾਈ ਮਨਮੁਖ ਤੇ ਫਿਰ ਦੁੱਖ ਦੀ ਖੇਤ ਦੀ ਨਿਆਈ ਹੈ। ਦੁੱਖ ਹੀ ਬੀਜਦਾ ਏ, ਦੁੱਖ ਹੀ ਉਗਦਾ ਏ ਤੇ ਫਿਰ ਦੁੱਖ ਦੇ ਅੰਦਰ ਹੀ ਉਹ ਆਪਣੀ ਜ਼ਿੰਦਗੀ ਨੂੰ ਗਵਾ ਲੈਂਦਾ ਏ। ਦੁਖੀ ਹੋਇਆ ਜ਼ਿੰਦਗੀ ਦੇ ਹੱਥੋਂ, ਪਰਿਵਾਰ ਦੇ ਹੱਥੋਂ ਤੇ ਅਖੀਰ ਇੱਥੋਂ ਵੀ ਜਿਹੜਾ ਹੈ ਸਵਾਸ ਇਹ ਵੀ ਮੁੱਕ ਜਾਂਦੇ ਨੇ ਔਰ ਇੱਥੋਂ ਵੀ ਦੁਖੀ ਹੋ ਕੇ ਚਲਿਆ ਜਾਂਦਾ ਹੈ। ਸਾਹਿਬ ਨੇ ਇਸੇ ਹੀ ਬਿਰਤੀ, ਇਸੇ ਹੀ ਲੈਣ ਦੇ ਅੰਦਰ ਸਾਖਤ ਮਨੁੱਖ ਦੀ ਜੇ ਬਾਣੀ ਦੇ ਅੰਦਰ ਗੱਲ ਕੀਤੀ ਤੇ ਸਾਹਿਬ ਨੇ ਬਚਨ ਕੀਤੇ, ਕਹਿਣ ਲੱਗੇ ਕਬੀਰ ਸਾਖਤ ਐਸਾ ਹੈ ਜੈਸੀ ਲਸਣ ਕੀ ਖਾਨ। ਕਹਿੰਦੇ ਭਾਈ ਸਾਖਤ ਮਨੁੱਖ ਇਵੇਂ ਦਾ ਹੈ ਜਿਵੇਂ ਲਸਣ ਦੀ ਖਾਣ ਹੈ। ਲਸਣ
ਜਿਹਦੀ ਬਹੁਤ ਜ਼ਿਆਦਾ ਮਹਿਕ ਹੁੰਦੀ ਹੈ, ਉਹ ਬਹੁਤ ਸਮੈਲ ਦਿੰਦਾ ਹੈ। ਕਹਿੰਦੇ ਕੋਨੇ ਬੈਠੇ ਕਾਈ ਹੈ ਪ੍ਰਗਟ ਹੋਏ ਨਿਦਾਨ। ਕਹਿੰਦੇ ਭਾਵੇਂ ਲਸਣ ਨੂੰ ਕੋਨੇ ਦੇ ਅੰਦਰ ਬੈਠ ਕੇ ਵੀ ਤੁਸੀਂ ਖਾਓ, ਛਿੱਲੋ, ਕਹਿੰਦੇ ਉਹਦੀ ਜਿਹੜੀ ਮਹਿਕ ਹੈ, ਉਹਦੀ ਜਿਹੜੀ ਖੁਸ਼ਬੂ ਹੈ, ਉਹ ਸਾਰੇ ਬੰਨੇ ਫੈਲ ਜਾਂਦੀ ਹੈ। ਕਹਿੰਦੇ ਬਾਬਾ ਕਬੀਰ, ਭਗਤ ਕਬੀਰ ਜੀ ਕਹਿੰਦੇ ਸਾਖਤ ਮਨੁੱਖ ਦੇ ਵੀ ਇਵੇਂ ਦਾ ਹੀ ਸੁਭਾਅ ਹੈ। ਉਹ ਜਿੱਥੇ ਵੀ ਹੋਵੇਗਾ, ਉਹ ਵੇਖਣ ਨੂੰ ਜਿਹੜਾ ਹੈ, ਉਹ ਬਾਹਰੀ ਤੌਰ 'ਤੇ ਭਾਵੇਂ ਉਹਦਾ ਪਹਿਰਾਵਾ ਬਹੁਤ ਸੁੰਦਰ ਨਜ਼ਰ ਆਵੇ, ਭੁਲੇਖਾ ਭਾਵੇਂ ਉਹ ਜਿੰਨਾ ਮਰਜ਼ੀ ਪਾ ਲਵੇ, ਪਰ ਕਹਿੰਦੇ ਭਾਈ ਸਾਖਤ ਮਨੁੱਖ ਜਿਹੜਾ ਹੈ ਉਹ ਪ੍ਰਗਟ ਹੋ ਜਾਂਦਾ ਹੈ, ਉਹ ਛੁਪਿਆ ਨਹੀਂ ਰਹਿੰਦਾ। ਤਾਂ ਕਰ ਸਾਹਿਬ ਸਤਿਗੁਰਾਂ ਨੇ ਬਚਨ ਕੀਤੇ, ਕਹਿੰਦੇ ਭਾਈ ਕੁਮੱਤ ਵਾਲੇ, ਭੈੜੀ ਮੱਤ ਵਾਲੇ ਜਿਹੜੇ ਜਨ ਹਨ, ਉਹਨਾਂ ਨੇ ਕਦੇ ਵੀ ਜ਼ਿੰਦਗੀ ਰੂਪੀ ਇਹ ਰਹਿਣ ਜਿਹੜੀ ਹੈ, ਇਹਨੂੰ ਖੁਸ਼ ਹੋ ਕੇ ਨਹੀਂ ਬਿਤਾਇਆ। ਉਹ ਦੁਖੀ ਹੋ ਕੇ ਹੀ ਇਹ ਜੀਵਨ ਰੂਪੀ ਰਾਤ ਨੂੰ ਬਿਤਾ ਕੇ ਸੰਸਾਰ ਤੋਂ ਗਏ। ਅਕਿਰਤ ਘਨ ਵੀ ਇਸੇ ਹੀ ਲਾਈਨ ਦੇ, ਮਨਮੁਖ ਮਨੁੱਖ ਵੀ ਇਸੇ ਹੀ ਲਾਈਨ ਦੇ, ਔਰ ਕਹਿੰਦੇ ਗੁਰੂ ਤੋਂ ਬੇਮੁਖ ਹੋਇਆ ਵੀ ਜੀਵ ਇਵੇਂ ਹੀ ਹੈ। ਤਾਕਰ ਸਾਹਿਬ ਫਿਰ ਬਚਨ ਕਰਦੇ ਰਹੋ ਵਿਚਾਰ, ਕਹਿੰਦੇ ਹੇ ਮਨਾ ਦੇਖ, ਇਹ ਮਤ ਨੂੰ ਧਾਰਨ ਕਰਕੇ, ਇਹ ਬਿਰਤੀ ਨੂੰ ਧਾਰਨ ਕਰਕੇ ਕੋਈ ਵੀ ਆਪਣੀ ਮੰਜ਼ਿਲ ਤੇ ਨਹੀਂ ਪਹੁੰਚਿਆ। ਮਨ ਰੇ ਵਾਰ-ਵਾਰ ਮਨ ਨੂੰ ਹਲਾਉਣਾ ਦਿੰਦੇ ਨੇ, ਮਨ ਨੂੰ ਟੁੰਬਦੇ ਨੇ, ਹਿਲਾਉਂਦੇ ਨੇ। ਦੇਖ ਇਹ ਜਿਵੇਂ ਦੀ ਤੂੰ ਭੈੜੀ ਮੱਤ ਨੂੰ ਧਾਰਨ ਕਰੀ ਬੈਠਾ ਏ, ਇਹ ਮੱਤ ਧਾਰਨ ਕਰਕੇ ਕਹਿੰਦੇ ਸਫਲਤਾ ਨਹੀਂ ਮਿਲਦੀ। ਹੁਣ ਇਹ ਮੱਤ ਦੀ ਫਿਰ ਸਤਿਗੁਰਾਂ ਨੇ ਵਿਆਖਿਆ ਇਸੇ ਹੀ ਸ਼ਬਦ ਅੰਦਰ ਕੀਤੀ, ਕਹਿੰਦੇ ਪਰ ਦਾਰਾ ਨਿੰਦਿਆ ਰਸ ਰਚਿਓ। ਕਿਹੜੀ ਮੱਤ ਧਾਰਨ ਕੀਤੀ ਹੈ? ਤੇ ਸਾਹਿਬ ਕਹਿੰਦੇ ਭਾਈ ਤੂੰ ਪਰਾਇਆ ਤਨ ਤੱਕਦਾ ਏ, ਤੂੰ ਕਾਮ ਤੇ ਕ੍ਰੋਧ ਦੇ ਇਹਨਾਂ ਵਿਕਾਰਾਂ ਦੇ ਅੰਦਰ ਗਲਤਾਨ ਹੋ ਗਿਆ ਹੈ। ਨਿੰਦਿਆ ਰਸ ਰਚਿਓ, ਤੇ ਕਹਿੰਦੇ ਭਾਈ ਇਹ ਸਰਵਣ ਜਿਹੜੇ ਮਿਲੇ ਸਾਨੂੰ, ਜਿਨ੍ਹਾਂ ਦੇ ਨਾਲ ਤੂੰ ਮਾਲਕ ਦੀ ਪ੍ਰੀਤ ਸੁਣਨੀ ਸੀ, ਕਹਿੰਦੇ ਇਹਨਾਂ ਦੇ ਨਾਲ ਤੂੰ ਫਿਰ ਨਿੰਦਿਆ ਸੁਣਦਾ ਹੈ ਤੇ ਜ਼ੁਬਾਨ ਦੇ ਨਾਲ ਨਿੰਦਿਆ ਕਰਦਾ ਹੈ। ਕਹਿੰਦੇ ਦੂਸਰਿਆਂ ਦੇ ਬਾਬਤ ਹੀ ਵੀ ਉਹ ਇਉਂ ਨਹੀਂ ਕਰ ਰਿਹਾ, ਉਹ ਐਵੇਂ ਕਰੇ ਤੇ ਐਵੇਂ ਹੋਵੇਗਾ। ਕਹਿੰਦੇ ਭਾਈ ਤੂੰ ਦੂਜਿਆਂ ਦੀ ਹੀ ਨਿੰਦਿਆ ਕਰਦਾ, ਉਹਨਾਂ ਦੀ ਹੀ ਚੁਗਲੀ ਕਰਦਾ, ਆਪਣੇ ਅਮੋਲਕ ਕੀਮਤੀ ਦੁਰਲੱਭ ਜਿਹਦਾ ਕੋਈ ਮੁੱਲ ਨਹੀਂ, ਇਵੇਂ ਦੇ ਸਵਾਸਾਂ ਨੂੰ ਅਜਾਈ ਗਵਾ ਰਿਹਾ। ਤੇ ਕਹਿੰਦੇ ਜਿਹੜਾ ਕੰਮ ਕਰਨਾ ਸੀ ਰਾਮ ਭਗਤ ਨਹੀਂ ਕੀਨੀ, ਕਹਿੰਦੇ ਰਾਮ ਜੀ ਦੀ, ਮਾਲਕ ਜੀ ਦੀ ਭਗਤੀ, ਬੰਦਗੀ, ਇਬਾਦਤ ਕਰਨੀ ਸੀ, ਉਹ ਕੀਤੀ ਨਹੀਂ। ਸਤਿਗੁਰਾਂ ਨੇ ਪਾਵਨ ਬਾਣੀ ਦੇ ਅੰਦਰ ਵਿਆਕਰਨ ਦੀ ਵੀ ਬਖਸ਼ਿਸ਼ ਕੀਤੀ। ਸਾਹਿਬ ਨੇ ਇੱਥੇ ਜੋ ਸ਼ਬਦ ਵਰਤੇ ਨਾ ਰਾਮ ਭਗਤ, ਭਗਤ ਸ਼ਬਦ ਦੇ ਅੱਗੇ ਵੀ ਕਈ ਵਾਰ ਆਪਾਂ ਇੱਥੇ ਦੀਵਾਨਾਂ ਦੇ ਅੰਦਰ ਵਿਚਾਰ ਕੀਤੀ। ਸਾਹਿਬ ਸਤਿਗੁਰੂ ਜੀ ਕਿਰਪਾ ਕਰਨ, ਭਗਤ ਸ਼ਬਦ ਬਾਣੀ ਦੇ ਅੰਦਰ 3 ਰੂਪਾਂ ਦੇ ਅੰਦਰ ਆਇਆ ਹੈ, ਔਰ ਤਿੰਨੇ ਹੀ ਰੂਪਾਂ ਦੇ ਅੰਦਰ ਉਚਾਰਨ ਦੇ ਅੰਦਰ ਉਹਦੀ ਤਬਦੀਲੀ ਨਹੀਂ, ਉਚਾਰਨ ਉਹਦਾ ਭਗਤ ਹੀ ਹੋਵੇਗਾ। ਜਿਵੇਂ ਇੱਥੇ ਭਗਤ ਸ਼ਬਦ ਪੱਬਾ ਗੱਗਾ ਤੇ ਤੱਤੇ ਨੂੰ ਸਿਹਾਰੀ ਦੇ ਨਾਲ ਆਇਆ, ਉਚਾਰਨ ਭਗਤ ਹੀ ਹੈ। ਇੱਕ ਰੂਪ ਬਾਣੀ ਦੇ ਅੰਦਰ ਇਹਦਾ ਆਵੇਗਾ ਔਂਕੜ ਦੇ ਨਾਲ, ਇੱਕ ਬਾਣੀ ਦੇ ਅੰਦਰ ਇਸ ਦਾ ਰੂਪ ਆਵੇਗਾ ਮੁਕਤਾ। ਤਿੰਨੇ ਅੱਖਰ ਪੱਬਾ ਗੱਗਾ ਤੇ ਤੱਤਾ, ਜਿਹਨੂੰ ਕੋਈ ਵੀ ਲੱਗ ਮਾਤਰ ਨਹੀਂ ਹੋਵੇਗੀ। ਹੁਣ ਰੂਪ 3 ਹੈ, ਔਰ ਤਿੰਨਾਂ ਹੀ ਰੂਪਾਂ ਦੇ ਅੰਦਰ ਇਹਦੇ ਅਰਥ ਦੇ ਅੰਦਰ ਤਬਦੀਲੀ ਹੈ, ਅਰਥ ਬਦਲਦਾ ਹੈ। ਜਦੋਂ ਸ਼ਬਦ ਆਵੇਗਾ ਪੱਬਾ ਗੱਗਾ ਤੇ ਤੱਤਾ, ਉਹਦਾ ਭਾਵ ਹੋਵੇਗਾ ਵੀ ਇਹ ਸ਼ਬਦ ਜਿਹੜਾ ਹੈ ਇਹ ਬਹੁ ਵਚਨ ਹੈ, ਇਹ ਇੱਕ ਤੇ ਭਗਤਾਂ ਵਾਸਤੇ ਵਰਤਿਆ ਹੈ ਜਿਹੜੇ ਮਾਲਕ ਦੇ ਰੱਬੀ ਜਨ, ਪਿਆਰੇ ਜਨ, ਔਰ ਦੂਸਰਾ ਫਿਰ ਇੱਕ ਭਗਤ ਵਾਸਤੇ ਨਹੀਂ, ਇਹ ਬਹੁਤਾਤ ਜਿੱਥੇ ਜ਼ਿਆਦੇ ਭਗਤਾਂ ਦੀ ਗੱਲ ਹੋ ਰਹੀ ਹੈ। ਜਿਵੇਂ ਸਾਹਿਬ ਬਾਣੀ ਦੇ ਅੰਦਰ ਕਹਿੰਦੇ ਭਗਤ ਤੇਰੇ ਮਨ ਭਾਵਦੇ, ਦਰ ਸੋਹਣ ਕੀਰਤ ਗਾਵਦੇ, ਨਾਨਕ ਕਰਮਾਂ ਬਾਹਰੇ ਦਰ ਢੋ ਨਾ ਲੈਣੀ ਧੰਮ।
ਔਰ ਕਈਆਂ ਥਾਵਾਂ ਤੇ ਭਗਤ ਔਂਕੜ ਦੇ ਨਾਲ ਵੀ ਆਉਂਦਾ, ਜਿੱਥੇ ਕੇਵਲ ਇੱਕ ਭਗਤ ਦੀ ਗੱਲ ਹੋਵੇਗੀ। ਜਾਂ ਸਾਹਿਬ ਬਾਣੀ ਦੇ ਅੰਦਰ ਜਨ ਸ਼ਬਦ ਦੀ ਗੱਲ ਕਰਦੇ ਨੇ। ਸਾਹਿਬ ਕਹਿੰਦੇ ਕਿ ਭਾਈ ਹਰ ਜਨ, ਜਿਹੜਾ ਹਰੀ ਦਾ ਜਨ, ਹੁਣ ਉੱਥੇ ਵੀ ਜਿਹੜਾ ਜਨ ਸ਼ਬਦ ਹੈ ਉਹਦੇ ਵੀ ਔਂਕੜ ਹੈ। ਇਵੇਂ ਹੀ ਜਿੱਥੇ ਭਗਤ ਸ਼ਬਦ ਉਹਦੇ ਔਂਕੜ ਆਵੇਗਾ, ਉੱਥੇ ਵੀ ਇੱਕ ਭਗਤ ਦੀ, ਇੱਕ ਰੱਬੀ ਪਿਆਰੇ ਦੀ ਗੱਲ ਹੋਵੇਗੀ। ਜਿਵੇਂ ਸਾਹਿਬ ਕਹਿੰਦੇ ਹਰ ਜਨ ਹਰੀ ਦਾ, ਜਨ ਹਰੀ ਦਾ, ਸੇਵਕ ਹਰੀ ਦਾ, ਭਗਤ ਰਾਮ ਨਾਮ ਗੁਣ ਗਾਵੇ। ਕਹਿੰਦੇ ਰਾਮ ਜੀਆਂ ਦੇ ਗੁਣ ਗਾਉਂਦਾ ਹੈ। ਜੇ ਕੋਈ ਨਿੰਦ ਕਰੇ ਹਰ ਜਨ ਕੀ, ਕਹਿੰਦੇ ਜੇ ਅਜਿਹੇ ਰੱਬੀ ਪਿਆਰੇ ਦੀ ਕੋਈ ਮੂਰਖ ਮੋਟੀ ਮੱਤ ਵਾਲਾ ਨਿੰਦਾ ਵੀ ਕਰਦਾ ਹੈ, ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੇ, ਤੇ ਕਹਿੰਦੇ ਉਹ ਆਪਣਾ ਗੁਣ ਗਵਾਉਂਦਾ ਨਹੀਂ। ਭਾਵ ਉਹ ਕਿਸੇ ਦੇ ਮਗਰ ਲੱਗ ਕੇ ਆਪਣੀ ਬੰਦਗੀ ਕਰਨਾ, ਆਪਣੀ ਇਬਾਦਤ ਕਰਨਾ ਨਹੀਂ ਤਿਆਗਦਾ। ਉਹ ਆਪਣੀ ਇਬਾਦਤ ਕਰਨੀ ਨਹੀਂ ਛੱਡਦਾ। ਜਿਵੇਂ ਇੱਕ ਘਟਨਾ ਮਿਲਦੀ ਹੈ ਕਿ ਕੋਈ ਰੱਬੀ ਪਿਆਰੇ ਕਹਿੰਦੇ ਪਾਣੀ ਦੇ ਅੰਦਰ ਬਿੱਛੂ ਡੁੱਬ ਰਿਹਾ ਸੀ, ਤੇ ਉਹ ਰੱਬੀ ਰੂਹ ਪਾਣੀ ਦੇ ਅੰਦਰੋਂ ਜਦੋਂ ਬਿੱਛੂ ਨੂੰ ਡੁੱਬਦੇ ਨੂੰ ਬਚਾਉਂਦੀ ਹੈ, ਹੱਥ ਅੱਗੇ ਕਰਦੀ ਹੈ ਤੇ ਬਿੱਛੂ ਅੱਗੋਂ ਡੰਗ ਮਾਰਦਾ ਹੈ। ਜਿਹੜੇ ਲਾਗੇ ਸੇਵਕ ਜਨ ਨੇ ਉਹਨਾਂ ਨੇ ਦੇਖਿਆ ਹੈ, ਇੱਕ ਵਾਰਾਂ ਬਚਾਇਆ ਹੈ, ਕੋਸ਼ਿਸ਼ ਕੀਤੀ, ਅੱਗੋਂ ਡੰਗ ਵੱਜਾ, ਦੂਜੀ ਵਾਰ ਫਿਰ ਡੰਗ ਵੱਜਾ, ਤੀਜੀ ਵਾਰ ਫਿਰ ਵੱਜਾ। ਕਹਿੰਦੇ ਰੱਬੀ ਪਿਆਰਿਆਂ ਦੇ ਨਾਲ ਜਿਹੜੇ ਸੇਵਕ ਜਨ ਸਨ, ਉਹਨਾਂ ਨੇ ਕਿਹਾ ਕਿ ਵਾਹਿਗੁਰੂ ਜੀ, ਆਪਾਂ ਜੇ ਇਹ ਬਚਣਾ ਹੀ ਨਹੀਂ ਚਾਹੁੰਦਾ ਤੇ ਆਪਾਂ ਕਿਉਂ ਇਹਨੂੰ ਬਚਾਉਂਦੇ ਆ, ਜੇ ਅੱਗੋਂ ਡੰਗ ਹੀ ਮਾਰੀ ਜਾਂਦਾ। ਤੇ ਰੱਬੀ ਪਿਆਰੇ ਗੁਰੂ ਕੇ ਭਗਤ ਜਨਾਂ ਦੇ ਬਚਨ ਸਨ। ਕਹਿੰਦੇ ਕਿ ਜੇ ਇਹ ਆਪਣਾ ਸੁਭਾਅ ਨਹੀਂ ਤਿਆਗਦਾ ਡੰਗ ਮਾਰਨ ਵਾਲਾ, ਤੇ ਅਸੀਂ ਫਿਰ ਆਪਣਾ ਸੁਭਾਅ ਬਚਾਉਣ ਵਾਲਾ ਕਿਉਂ ਤਿਆਗੀਏ। ਤਾਂ ਸਾਹਿਬ ਕਹਿੰਦੇ ਰੱਬੀ ਜਨ, ਮਾਲਕ ਦੇ ਅੰਦਰ ਰੱਤੀ ਹੋਈ ਰੂਹ, ਭਾਵੇਂ ਉਹਦੀ ਕੋਈ ਜਿੰਨੀ ਮਰਜ਼ੀ ਨਿੰਦਾ ਕਰੇ, ਉਹ ਆਪਣਾ ਸੁਭਾਅ ਨਹੀਂ ਤਿਆਗਦੇ। ਉਹ ਮਾਲਕ ਦੀ ਇਬਾਦਤ ਕਰਦੇ ਆ ਤੇ ਕਰਦੇ ਆ, ਕਿਸੇ ਦੇ ਮਗਰ ਲੱਗ ਕੇ ਨਾ ਉਹ ਇਬਾਦਤ ਤਿਆਗਦੇ ਆ ਔਰ ਨਾ ਹੀ ਉਹ ਤਿਆਗ ਸਕਦੇ ਨੇ। ਤਾਂ ਕਰ ਸਾਹਿਬ ਨੇ ਜੋ ਬਾਣੀ ਦੇ ਅੰਦਰ ਇਹ ਵਿਆਕਰਨ ਦੀ ਬਖਸ਼ਿਸ਼ ਕੀਤੀ, ਸ਼ਬਦ ਭਗਤੀ ਹੈ, ਸ਼ਬਦ ਜਾਨੀ ਹੈ। ਜਿੱਥੇ ਔਂਕੜ ਨਾ ਆਵੇਗੀ ਉੱਥੇ ਜ਼ਿਆਦੇ ਜਨਾਂ ਦੀ ਗੱਲ, ਜਿੱਥੇ ਔਂਕੜ ਆ ਗਈ ਉੱਥੇ ਇੱਕ ਰੱਬੀ ਪਿਆਰੇ ਭਗਤ ਦੀ ਗੱਲ। ਹੁਣ ਤੀਸਰਾ ਰੂਪ ਹੈ ਤੱਤੇ ਨੂੰ ਸਿਹਾਰੀ ਵਾਲਾ। ਇੱਥੇ ਵੀ ਉਚਾਰਨ ਭਗਤ ਕਰਾਂਗੇ, ਪਰ ਇੱਥੇ ਰੱਬੀ ਪਿਆਰੇ ਭਗਤ ਵਾਸਤੇ ਨਹੀਂ, ਇਹਦਾ ਅਰਥ ਹੋਵੇਗਾ ਮਾਲਕ ਦੀ ਭਗਤੀ, ਉਹਦੀ ਇਬਾਦਤ। ਕਹਿੰਦੇ ਹਰ ਜਨ, ਜਿਵੇਂ ਕਹਿੰਦੇ ਨਾ ਵੀ ਰਾਮ ਦੇ ਨਾਮ ਦੇ ਗੁਣ ਗਾਉਂਦਾ ਹੈ। ਸਾਹਿਬ ਨੇ ਫਿਰ ਇੱਥੇ ਬਚਨ ਕੀਤੇ, ਕਹਿੰਦੇ ਹੇ ਮਨਾ ਰਾਮ ਭਗਤ ਮਾਲਕ ਜੀ ਦੀ ਭਗਤੀ ਨਹੀਂ ਕੀਨੀ। ਕਹਿੰਦੇ ਤੂੰ ਭੈੜੀ ਮੱਤ ਇਵੇਂ ਦੀ ਧਾਰਨ ਕਰ ਲਈ ਹੈ, ਜਿਹੜਾ ਕਾਰਜ ਤੂੰ ਕਰਨਾ ਸੀ ਉਹਨੂੰ ਤਿਆਗ ਦਿੱਤਾ, ਜਿਹਨੂੰ ਤਿਆਗਣਾ ਸੀ ਕਹਿੰਦੇ ਉਹਨੂੰ ਤੂੰ ਕਰ ਰਿਹਾ। ਜਿਵੇਂ ਸਾਹਿਬ ਕਹਿੰਦੇ ਨਾ, ਦੇਂਦੇ ਥਾਵੋਂ ਦਿੱਤਾ ਚੰਗਾ, ਮਨਮੁਖ ਐਸਾ ਜਾਣੀਏ। ਕਹਿੰਦੇ ਇਹ ਮਾਲਕ ਜਿਹੜਾ ਦਾਤਾਂ ਦੇ ਰਿਹਾ ਏ, ਜਿਹਨੇ ਜੀਵਨ ਦਿੱਤਾ ਏ, ਕਹਿੰਦੇ ਉਹਦੀਆਂ ਦਿੱਤੀਆਂ ਹੋਈਆਂ ਦਾਤਾਂ ਜੀਵ ਨੂੰ ਚੰਗੀਆਂ ਲੱਗਣ ਲੱਗ ਪਈਆਂ, ਜਿਹਨੇ ਦਿੱਤੀਆਂ ਏ ਉਹ ਸਹਿਜੇ ਸਹਿਜੇ ਵਿਸਰ ਗਿਆ। ਸਾਹਿਬ ਕਹਿੰਦੇ ਮਨਾ ਕਿਹੜੀ ਭੈੜੀ ਕੁਮੱਤ ਤੂੰ ਧਾਰਨ ਕਰ ਲਈ ਹੈ, ਪਾਰਦਾਰਾ ਨਿੰਦਿਆ ਰਸ ਰਚਿਓ, ਤੂੰ ਕਿਉਂ ਬੇਕਾਰੀ ਬਿਰਤੀ ਨੂੰ ਧਾਰਨ ਕਰਕੇ ਪਰਾਏ ਤਨ ਧਨ ਦੇ ਅੰਦਰ ਗਲਤਾਨ ਹੋਈ ਜਾ ਰਿਹਾ। ਤੂੰ ਦੂਜਿਆਂ ਦੀ ਨਿੰਦਿਆ ਦੇ ਅੰਦਰ ਹੀ ਆਪਣੇ ਅਮੋਲਕ ਸਮੇਂ ਨੂੰ ਗਵਾਈ ਜਾ ਰਿਹਾ। ਰਾਮ ਭਗਤ ਨਹੀਂ ਕੀਨੀ, ਤੇ ਕਹਿੰਦੇ ਜਿਹੜਾ ਤੇਰਾ ਕਾਰਜ ਕਰਨ ਵਾਲਾ ਏ ਉਹ ਤੂੰ ਨਹੀਂ ਕਰ ਰਿਹਾ। ਫਿਰ ਅੱਗੇ ਬਚਨ ਕਰਦੇ, ਕਹਿੰਦੇ ਮੁਕਤ ਪੰਥ ਜਾਣਿਓ ਤੈ ਨਾਹਿਨ, ਧਨ ਜੋਰਨ ਕਉ ਧਾਰਿਆ। ਹੁਣ ਇੱਥੇ ਦੋ ਪੱਖ ਨੇ।
ਮੁਕਤ ਪੰਥ ਜਾਣਿਓ ਤੈ ਨਾਹਿਨ। ਮੁਕਤ ਪੰਥ ਭਾਵ ਉਹ ਵਾਲਾ ਰਸਤਾ ਜਿਸ ਰਸਤੇ ਤੇ ਚੱਲਿਆ ਮਾਇਆ ਦਾ ਵਿਕਾਰਾਂ ਦਾ ਪ੍ਰਭਾਵ ਨਹੀਂ ਪੈਂਦਾ। ਉਹ ਰਸਤਾ ਜਿਸ ਨੂੰ ਸਾਹਿਬ ਗੁਰੂ ਨਾਨਕ ਮਹਾਰਾਜ ਜੀ ਨੇ ਪਹਿਲੇ ਜਾਮੇ ਦੇ ਅੰਦਰ ਕਿਹਾ ਸੀ ਕਿ ਗੁਰੂ ਕੇ ਸਿੱਖ ਨੇ ਕਿਰਤ ਕਰਨੀ ਹੈ, ਨਾਮ ਜਪਣਾ ਹੈ ਤੇ ਵੰਡ ਕੇ ਛਕਣਾ। ਕਹਿੰਦੇ ਭਾਈ ਤੂੰ ਸਹਿਜੇ ਸਹਿਜੇ ਮਨਾ ਉਹ ਰਸਤੇ ਨੂੰ ਤਿਆਗ ਰਿਹਾ ਹੈ। ਮੁਕਤ ਪੰਥ ਉਹ ਰਸਤਾ ਮੁਕਤੀ ਵਾਲਾ ਜਿਸ ਤੇ ਚੱਲਿਆ ਤੂੰ ਮੁਕਤ ਹੋ ਸਕਦਾ ਸਾਂ। ਭਾਵ ਧਰਮ ਦੀ ਕਿਰਤ ਕਮਾਈ ਕਰਨੀ ਸੀ ਔਰ ਕਿਰਤ ਕਮਾਈ ਕਰਦਿਆਂ ਮਾਲਕ ਨੂੰ ਯਾਦ ਰੱਖਣਾ, ਉਹਦੀ ਇਬਾਦਤ ਕਰਨੀ, ਉਹਨੂੰ ਤਿਆਗਣਾ ਨਹੀਂ। ਤੇ ਕਹਿੰਦੇ ਇਹਦੇ ਨਾਲ ਨਾਲ ਫਿਰ ਪਰਉਪਕਾਰ ਵਾਲੀ ਜ਼ਿੰਦਗੀ ਜੀਣੀ। ਭਾਵ ਦੂਸਰਿਆਂ ਵਾਸਤੇ ਵੀ ਜਿੰਨਾ ਹੋ ਸਕੇ ਆਪਣੇ ਸਮੇਂ ਦਾ, ਆਪਣੇ ਧਨ ਦਾ, ਜਿੰਨਾ ਵੀ ਜਿਵੇਂ ਵੀ ਹੋ ਸਕਦਾ ਹੈ ਉਹ ਦਸਵੰਧ ਕੱਢਣਾ, ਪਰਉਪਕਾਰ ਕਰਨਾ। ਪਰ ਕਹਿੰਦੇ ਮਨਾ ਉਹ ਮਾਰਗ ਦਾ ਤੇ ਤੂੰ ਤਿਆਗ ਕਰ ਲਿਆ। ਮੁਕਤ ਪੰਥ ਜਾਣਿਓ ਤੈ ਨਾਹਿਨ। ਧਨ ਜੋੜਨ ਕੋ ਧਾਇਆ। ਕਹਿੰਦੇ ਭਾਈ ਤੂੰ ਦੂਸਰਾ ਪੱਖ ਲੈ ਲਿਆ, ਤੂੰ ਕੇਵਲ ਧਨ ਨੂੰ ਜੋੜਨ ਲੱਗ ਪਿਆ ਤੇ ਫਿਰ ਇਹਨੂੰ ਜੋੜਨ ਵਾਸਤੇ ਉਵੇਂ ਦੇ ਰਸਤੇ ਇਖਤਿਆਰ ਕੀਤੇ ਲੱਭੇ ਜਿਨ੍ਹਾਂ ਰਸਤਿਆਂ ਦੇ ਅੰਦਰ ਤੂੰ ਚਾਹ ਕੇ ਵੀ ਮੁਕਤ ਨਹੀਂ ਹੋ ਸਕਦਾ। ਸਾਹਿਬ ਨੇ ਬਚਨ ਕੀਤੇ ਹੈ ਬਾਣੀ ਦੇ ਅੰਦਰ, ਵੱਖ-ਵੱਖ ਥਾਵਾਂ ਤੇ ਜਾ ਕਰ ਗੁਰੂ ਨਾਨਕ ਮਹਾਰਾਜ ਜੀਆਂ ਨੇ ਉਪਦੇਸ਼ ਵੀ ਦਿੱਤੇ ਨੇ। ਦੁਨੀ ਚੰਦ ਦੀ ਆਪਾਂ ਪਿੱਛੇ ਗੱਲ ਕੀਤੀ, ਸਾਹਿਬ ਨੇ ਉਹਨੂੰ ਉਪਦੇਸ਼ ਦਿੱਤਾ। ਕਹਿੰਦੇ ਕਿ ਭਾਈ ਕਿਉਂਕਿ ਸਤਿਗੁਰਾਂ ਦੇ ਪਾਸ ਹੁਣ ਜਦੋਂ ਜਿੱਥੇ ਵੀ ਉਦਾਸੀਆਂ ਤੇ ਪਹੁੰਚਦੇ ਨੇ, ਜਿੱਥੇ ਵੀ ਜਾਂਦੇ ਨੇ, ਉਸ ਸਮੇਂ ਦੇ ਹਿਸਾਬ ਦੇ ਨਾਲ ਜਿਹਨੂੰ ਸੋਝੀ ਦੇਣੀ ਹੈ ਇਵੇਂ ਤਰੀਕੇ ਦੇ ਨਾਲ ਸਤਿਗੁਰੂ ਜੀ ਉਪਦੇਸ਼ ਦਿੰਦੇ ਨੇ ਕਿ ਉਹ ਚਾਹ ਕੇ ਵੀ ਉਹ ਉਪਦੇਸ਼ ਨੂੰ ਇਨਕਾਰੀ ਨਹੀਂ ਹੋ ਸਕਦਾ। ਸਾਹਿਬ ਨੇ ਇੱਕ ਬਚਨ ਕੀਤਾ, ਮੈਂ ਕੇਵਲ ਤੁਸੀਂ ਜਾਣਦੇ ਹੋ ਇਹ ਵਿਸ਼ੇ ਨਾਲ ਰਿਲੇਟਡ ਹੈ ਤਾਂ ਕਰ ਸਾਹਮਣੇ ਆ ਗਈ। ਸਾਹਿਬ ਨੇ ਕਿਹਾ ਸੀ, ਕਹਿਣ ਲੱਗੇ ਦੁਨੀ ਚੰਦ ਲੈ ਇਹ ਸੂਈ ਆਏ ਮੈਂ ਦਰਗਾਹ ਦੇ ਅੰਦਰ ਤੇਰੇ ਤੋਂ ਲਵਾਂਗਾ। ਕਰੇ ਗਿਆ ਏ ਘਰ ਵਾਲੀ ਦੇ ਨਾਲ ਗੱਲਬਾਤ, ਪਤਾ ਲੱਗਾ ਘਰ ਵਾਲੀ ਨੇ ਸਮਝਾਇਆ ਇਹ ਸਰੀਰ ਜਿਹੜਾ ਤੇਰੇ ਨਾਲ ਹਰ ਪਲ ਰਹਿਣ ਵਾਲਾ ਏ, ਅੰਤ ਵੇਲੇ ਇਹਨੇ ਵੀ ਨਹੀਂ ਜਾਣਾ ਤੇ ਸੂਈ ਨਾਲ ਕਿਵੇਂ ਲੈ ਜਾਏਗਾ। ਭੌਂਦੇ ਪੈਰੀ ਕਹਿੰਦੇ ਵਾਪਸ ਆਇਆ ਏ, ਗੁਰੂ ਦੇ ਅੱਗੇ ਆ ਕੇ ਸਾਰੀ ਵਾਰਤਾਲਾਪ ਦੱਸੀ। ਸਾਹਿਬਾ ਇਹ ਸੂਈ ਮੈਂ ਨਹੀਂ ਖੜ ਸਕਦਾ, ਮੈਨੂੰ ਤੇ ਅੱਖਾਂ ਹੀ ਹੁਣ ਖੁੱਲੀਆਂ ਵੀ ਸਰੀਰ ਵੀ ਨਾਲ ਨਹੀਂ ਜਾਂਦਾ। ਇਹ ਵੀ ਅਖੀਰ ਵੇਲੇ ਜਦੋਂ ਪ੍ਰਾਣ ਨਿਆਰੇ ਹੋ ਜਾਂਦੇ ਨੇ ਤੇ ਸੜ ਕੇ ਸੁਆਹ ਤੇ ਮਿੱਟੀ ਦੇ ਵਿੱਚ ਮਾਟੀ ਮਾਟੀ ਹੋਈ। ਇੱਕ ਕਹਿੰਦੇ ਕਿ ਪਵਨੇ ਮੈਂ ਪਵਨ ਸਮਾਇਆ, ਮਾਟੀ ਮੈਂ। ਸਾਹਿਬ ਕਹਿੰਦੇ ਭਾਈ ਹਵਾ ਦੇ ਅੰਦਰ ਹਵਾ ਸਮਾ ਜਾਂਦੀ ਹੈ ਤੇ ਮਿੱਟੀ ਮਿੱਟੀ ਦੇ ਅੰਦਰ ਸਮਾ ਜਾਂਦੀ ਹੈ, ਪਾਣੀ ਪਾਣੀ ਦੇ ਅੰਦਰ ਸਮਾ ਜਾਂਦਾ ਹੈ। ਸਾਹਿਬ ਇਹ ਸਰੀਰ ਨਹੀਂ ਨਾਲ ਜਾਣਾ, ਸੂਈ ਕਿਵੇਂ ਜਾਵੇਗੀ। ਤੇ ਸਾਹਿਬ ਕਹਿੰਦੇ ਇਹੀ ਤੈਨੂੰ ਸਮਝਾਉਣਾ ਹੈ, ਜੇ ਇਹ ਸੂਈ ਨਹੀਂ ਜਾਣੀ ਤੇ ਜਿਸ ਕੁਰਾਹੇ ਤੇ ਤੂੰ ਵਿਕਾਰੀ ਸੁਭਾਅ ਦੇ ਨਾਲ ਤੇ ਭੈੜਿਆਂ ਤਰੀਕਿਆਂ ਦੇ ਨਾਲ ਇਹ ਮਾਇਆ ਇਕੱਤਰ ਕਰ ਰਿਹਾ, ਇਹ ਧਨ ਜੋੜ ਰਿਹਾ, ਇਹ ਨਾਲ ਲੈ ਜਾਏਗਾ। ਸਾਹਿਬਾਂ ਨੇ ਉਹਦੇ ਕਬਾੜ ਖੋਲ੍ਹੇ ਨੇ। ਉਸੇ ਦਿਨ ਤੋਂ ਸਤਿਗੁਰਾਂ ਜੀ ਦਾ ਸੱਚਾ ਸਿੱਖ ਬਣਿਆ ਹੈ ਤੇ ਫਿਰ ਗੁਰੂ ਨਾਨਕ ਦੇ ਜੋ ਸਿਧਾਂਤ ਕਿਰਤ ਵੀ ਕਰਦਾ ਹੈ ਔਰ ਫਿਰ ਕਰਦਾ ਵੀ ਧਰਮ ਦੀ ਹੈ, ਸੱਚੀ ਸੁੱਚੀ ਕਰਦਾ ਹੈ ਤੇ ਉਹਦੇ ਅੰਦਰੋਂ ਵੀ ਫਿਰ ਦਸਵੰਧ ਦੀ ਜੋ ਸਤਿਗੁਰਾਂ ਨੇ ਇੱਕ ਰੀਤ ਚਲਾਈ ਹੈ, ਪਰਉਪਕਾਰ ਗਰੀਬਾਂ ਵਾਸਤੇ, ਲੋੜਵੰਦਾਂ ਵਾਸਤੇ ਉਹ ਵੰਡਦਾ। ਸਾਹਿਬ ਨੇ ਇੱਥੇ ਉਹੀ ਬਚਨ ਕੀਤੇ, ਕਹਿਣ ਲੱਗੇ ਮੁਕਤ ਪੰਥ। ਪੰਥ ਤੋਂ ਭਾਵ ਹੁੰਦਾ ਹੈ ਰਸਤਾ। ਕਹਿੰਦੇ ਉਹ ਰਸਤਾ ਜਿਸ ਰਸਤੇ ਤੇ ਚੱਲ ਕੇ ਤੂੰ ਜੀਵਨ ਨਿਰਵਾਹ ਵੀ ਕਰ ਸਕਦਾ ਹੋਵੇਂ, ਤੂੰ ਜ਼ਿੰਦਗੀ ਨੂੰ ਵੀ ਜਿਉ ਸਕਦਾ ਹੋਵੇਂ, ਤੂੰ ਪਦਾਰਥਾਂ ਦਾ ਆਨੰਦ ਵੀ ਮਾਣ ਸਕੇ ਤੇ ਤੂੰ ਉਸ ਮਾਰਗ ਵੱਲ ਨੂੰ, ਆਪਣੀ ਮੰਜ਼ਿਲ ਵੱਲ ਨੂੰ ਵੀ ਪਹੁੰਚ ਸਕੇ ਜਿੱਥੇ ਪਹੁੰਚਣਾ। ਪਰ ਕਹਿੰਦੇ ਮਨਾ ਕਿਹੜੀ ਭੈੜੀ ਮੱਤ ਧਾਰਨ ਕਰ ਲਈ, ਉਹ ਰਸਤਾ ਤੂੰ ਜਾਂਦਿਆ ਹੀ ਨਹੀਂ। ਕਹਿੰਦੇ ਉਹ ਰਸਤੇ ਦਾ ਤੇ ਤੂੰ ਤਿਆਗ ਹੀ ਕਰ ਲਿਆ, ਭਾਵ ਸੱਚੀ ਤੇ ਧਰਮ ਦੀ ਕਿਰਤ ਦਾ ਤਿਆਗ ਕਰ ਲਿਆ ਹੈ।
ਪੈਸਾ ਕਮਾ ਰਿਹਾ ਏ, ਧਨ ਕਮਾ ਰਿਹਾ ਏ, ਪਰ ਗਰੀਬਾਂ ਦੇ ਰੱਤ ਨਿਚੋੜ ਕੇ ਜਿਸ ਵੀ ਤਰੀਕੇ ਦੇ ਨਾਲ ਕਮਾ ਸਕਦਾ ਏ, ਰਿਸ਼ਵਤ ਲੈ ਕੇ, ਹੋਰ ਘੁਟਾਲੇ ਕਰਕੇ, ਕਹਿੰਦੇ ਇਹਨੂੰ ਹੀ ਜੋੜੀ ਜਾ ਰਿਹਾ ਏ। ਤੇ ਕਹਿੰਦੇ ਪਰਉਪਕਾਰ ਵਾਲਾ ਤੇ ਤੂੰ ਰਸਤਾ ਹੀ ਤਿਆਗ ਦਿੱਤਾ ਏ, ਸੱਚ ਵਾਲਾ ਤੇ ਮਨਾ ਰਸਤਾ ਹੀ ਤਿਆਗ ਦਿੱਤਾ। ਤਾਂ ਕਰ ਸਾਹਿਬ ਕਹਿੰਦੇ ਮੁਕਤ ਪੰਥ ਜਾਣਿਓ ਤੈ ਨਾਹਿ ਧਨ ਜੋਰਨ ਕਉ ਧਾਇਆ, ਅੰਤ ਸੰਗ ਕਾਹੂ ਨਹੀਂ ਦੀਨਾ ਬਿਰਥਾ ਆਪ ਬੰਧਾਇਆ। ਤੇ ਸਾਹਿਬ ਕਹਿੰਦੇ ਇੱਕ ਗੱਲ ਯਾਦ ਰੱਖੀ, ਅੰਤ ਸੰਗ, ਅੰਤ ਤੋਂ ਭਾਵ ਅਖੀਰਲਾ ਸਮਾਂ, ਤੇ ਸੰਗ ਤੋਂ ਭਾਵ ਨਾਲ। ਕਹਿੰਦੇ ਅਖੀਰਲੇ ਸਮੇਂ ਇੱਕ ਗੱਲ ਕਹਿੰਦੇ ਯਾਦ ਰੱਖੀ, ਇਹ ਕੁਝ ਵੀ ਨਾਲ ਨਹੀਂ ਜਾਣਾ। ਹੁਣ ਸਤਿਗੁਰਾਂ ਨੇ ਜੇ ਅਸੀਂ ਇਹ ਸਮਝ ਲਈਏ ਵੀ ਸਾਹਿਬ ਤੇ ਅਖੀਰ ਦੀਆਂ ਹੀ ਗੱਲਾਂ ਤੇ ਮੌਤ ਦੀਆਂ ਹੀ ਗੱਲਾਂ ਕਰ ਲੈ ਤੇ ਸਾਡੇ ਇਹ ਸਿਆਣਪ ਨਹੀਂ ਹੋਵੇਗੀ। ਸਤਿਗੁਰੂ ਤੇ ਸਾਨੂੰ ਹਰ ਪਲ ਹਲੂਣਾ ਦਿੰਦੇ ਨੇ, ਜਗਾਉਂਦੇ ਨੇ ਸੁੱਤੇ ਹੋਇਆਂ ਨੂੰ। ਤੇ ਸਾਹਿਬ ਨੇ ਇੱਥੇ ਵੀ ਇਹੀ ਉਪਦੇਸ਼ ਦਿੱਤਾ, ਕਹਿੰਦੇ ਇੱਕ ਗੱਲ ਅੰਤਮ ਅਖੀਰ ਸੱਚ ਹੈ ਕਿ ਨਾਲ ਨਹੀਂ ਜਾਣਾ। ਜੇ ਤੇ ਉਸ ਤਰੀਕੇ ਦੇ ਨਾਲ ਕਮਾ ਰਿਹਾ ਹੈ ਭੈੜੀ ਮੱਤ ਨੂੰ ਧਾਰਨ ਕਰਕੇ, ਤੇ ਕਹਿੰਦੇ ਇਹ ਨਾਲ ਨਹੀਂ ਜਾਣਾ। ਤੇ ਜੇ ਗੁਰੂ ਨਾਨਕ ਮਹਾਰਾਜ ਜੀ ਦੇ ਦੱਸੇ ਹੋਏ ਉਪਦੇਸ਼ ਦੇ ਅਨੁਸਾਰ ਚੱਲ ਰਿਹਾ ਹੈ, ਨਾਲ ਫਿਰ ਵੀ ਨਹੀਂ ਜਾਣਾ। ਪਰ ਇੰਨਾ ਹੈ ਵੀ ਇੱਕ ਤੇ ਤੂੰ ਕਮਾਵੇਂਗਾ ਧਰਮ ਦਾ, ਦੂਜਾ ਪਰਉਪਕਾਰ ਕਰੇਂਗਾ, ਤੀਜਾ ਮਾਲਕ ਦਾ ਨਾਮ ਜਪੇਂਗਾ। ਨਾਮ ਜਪਦਿਆਂ ਪਰਉਪਕਾਰ ਕੀਤਾ ਹੋਇਆ ਅਸਲ ਅੰਦਰ ਸਾਹਿਬ ਕਹਿੰਦੇ ਇਹੀ ਅਸਲ ਮਾਰਗ ਹੈ। ਤੇ ਜਿਨ੍ਹਾਂ ਨੇ ਇਹ ਮਾਰਗ ਨੂੰ ਪਹਿਚਾਣਦੇ ਆ, ਤਿਨ ਵਿੱਚੇ ਮਾਇਆ ਪਾਇਆ, ਕਹਿੰਦੇ ਉਹ ਮਾਇਆ ਦੇ ਵਿੱਚ ਰਹਿ ਕੇ ਵੀ ਮਾਲਕ ਨੂੰ ਪਾ ਗਏ, ਉਹਨਾਂ ਨੇ ਪਾ ਲਿਆ। ਸਾਹਿਬ ਸਤਿਗੁਰੂ ਜੀ ਬਚਨ ਕਰਦੇ ਕਹਿਣ ਲੱਗੇ, ਅੰਤ ਸੰਗ ਕਾਹੂ ਨਹੀਂ ਦੀਨਾ ਬਿਰਥਾ ਆਪ ਬੰਧਾਇਆ ਮਨਾ। ਜਿਹੜੀ ਮੱਤ ਤੂੰ ਧਾਰਨ ਕੀਤੀ ਹੈ ਔਰ ਜਿਵੇਂ ਤੂੰ ਕਰ ਰਿਹਾ, ਕਹਿੰਦੇ ਇਕੱਤਰ ਤੂੰ ਬੜਾ ਕੁਝ ਕਰ ਲੈਣਾ ਹੈ, ਬੜੇ ਬੜੇ ਵੱਡੇ ਅੰਬਾਰ ਤੋਂ ਇਕੱਠੇ ਕਰ ਲਵੇਂਗਾ ਮਾਇਆ ਦੇ, ਪਰ ਕਹਿੰਦੇ ਨਾਲ ਕੁਝ ਨਹੀਂ ਜਾਣਾ। ਤੇ ਫਿਰ ਕੀ ਹੋਵੇਗਾ? ਬਿਰਥਾ ਆਪ ਬੰਧਾਇਆ। ਤੇ ਸਾਹਿਬ ਕਹਿੰਦੇ ਭਾਈ ਵਿਅਰਥ ਹੀ ਤੂੰ ਆਪਣੇ ਆਪ ਨੂੰ ਇੰਨੇ ਵੱਡੇ ਜੰਜਾਲ ਦੇ ਅੰਦਰ ਬਣਾ ਲੈਣਾ ਹੈ, ਬੰਨੇ ਜਾਣਾ ਹੈ ਕਿ ਜਿਹਦੇ ਵਿੱਚੋਂ ਫਿਰ ਤੂੰ ਨਿਕਲ ਨਹੀਂ ਪਾਵੇਂਗਾ, ਆਵਾਗਾਉਣ ਦੇ ਚੱਕਰ 'ਚ ਜਾਵੇਂਗਾ। ਤਾਂ ਕਰ ਸਾਹਿਬ ਫਿਰ ਅੱਗੇ ਬਚਨ ਕਰਦੇ ਕਹਿੰਦੇ ਸਾਹਿਬ ਜੀਆਂ ਨੇ ਮਿਹਰਮਤ ਵਰਤਾਈ, ਬਖਸ਼ਿਸ਼ ਕੀਤੀ। ਔਰ ਦੂਸਰੇ ਬੰਦ ਦੇ ਅੰਦਰ ਕਹਿੰਦੇ ਨਾ ਹਰ ਭਜਿਓ ਨਾ ਗੁਰ ਜਨ ਸੇਵਿਓ, ਨਹਿ ਉਪਜਿਓ ਕਛ ਗਿਆਨਾ, ਘਟ ਹੀ ਮਾਹੇ ਨਿਰੰਜਨ ਤੇਰਾ, ਤੈ ਖੋਜਤ ਅਧਿਆਨਾ ਮਨਾ। ਜਿਸ ਦੇ ਮਾਰਗ ਤੇ ਚੱਲਿਆ ਇਹ ਭੈੜੀ ਮੱਤ ਦੂਰ ਹੋਣੀ ਸੀ, ਨਾ ਤੇ ਉਹਦਾ ਤੂੰ ਭਜਨ ਕੀਤਾ, ਨਾ ਤੂੰ ਉਸ ਰੱਬੀ ਪਿਆਰਿਆਂ ਦੇ ਸੰਗ ਵੱਲ ਹੀ ਗਿਓ, ਨਾ ਤੂੰ ਗੋਹਜ ਗਿਆਨ ਗੁਰਮਤਿ ਦੀ ਸੋਝੀ ਲਈ। ਕਹਿੰਦੇ ਨਾ ਭਾਈ ਮਾਲਕ ਦੀ ਇਬਾਦਤ ਵੱਲ ਚੱਲੇ, ਨਾ ਸਤ ਸੰਗ ਕੀਤੀ, ਨਾ ਗੁਰ ਗਿਆਨ ਗੋਹਜ ਨੂੰ ਪ੍ਰਾਪਤ ਕੀਤਾ। ਤੇ ਸਾਹਿਬ ਕਹਿੰਦੇ ਘਟ ਹੀ ਮਾਹੇ ਨਿਰੰਜਨ ਤੇਰਾ, ਘਟ ਤੋਂ ਭਾਵ ਹਿਰਦਾ, ਕਹਿੰਦੇ ਮਾਹੀ ਤੋਂ ਭਾਵ ਇਹਦੇ ਵਿੱਚ ਹੀ ਨਿਰੰਜਨ, ਜਿਹੜਾ ਮਾਇਆ ਤੋਂ ਅੰਜਨ, ਮਾਇਆ ਤੋਂ ਰਹਿਤ, ਜਿਹਦੇ ਉੱਪਰ ਮਾਇਆ ਦਾ ਪ੍ਰਭਾਵ ਨਹੀਂ। ਕਹਿੰਦੇ ਉਹ ਮਾਲਕ ਜਿਹੜਾ ਤੇਰੇ ਹਿਰਦੇ ਦੇ ਅੰਦਰ ਹੀ ਵਸ ਰਿਹਾ ਏ, ਤੈਨੂੰ ਪਾਲਣਹਾਰਾ। ਮੁਕਰ ਮਾਹੀ ਜੈਸੇ ਛਾਈ, ਜਿਵੇਂ ਸ਼ੀਸ਼ੇ ਦੇ ਅੰਦਰ ਪਰਛਾਵਾਂ, ਪਰ ਸ਼ੀਸ਼ਾ ਟੁੱਟਣ ਦੇ ਨਾਲ ਉਹ ਜਿਹੜਾ ਸ਼ੀਸ਼ੇ ਦਾ ਪਰਛਾਵਾਂ, ਸ਼ੀਸ਼ੇ ਦੇ ਅੰਦਰ ਇੱਕ ਜੀਵ ਦਾ ਸਵਰੂਪ ਨਜ਼ਰ ਆ ਰਿਹਾ ਹੈ। ਸ਼ੀਸ਼ੇ ਦੇ ਟੁੱਟਣ ਦੇ ਨਾਲ ਉਹ ਜਿਵੇਂ ਸਵਰੂਪ ਖਤਮ ਨਹੀਂ ਹੁੰਦਾ, ਮਾਲਕ ਵਸ ਤੇਰੇ ਅੰਦਰ ਰਿਹਾ ਹੈ, ਪਰ ਉਹ ਤੇਰੇ ਖਤਮ ਹੋਣ ਦੇ ਨਾਲ ਖਤਮ ਨਹੀਂ ਹੋਵੇਗਾ। ਸਾਹਿਬ ਕਹਿੰਦੇ ਤੈ ਖੋਜਤ ਉਦਿਆਨਾ ਮਨਾ, ਕਿਹੜੀ ਮੱਤ ਭੈੜੀ ਧਾਰਨ ਕਰਦਾ ਹੀ ਹਿਰਦੇ ਦੇ ਅੰਦਰ ਵਸ ਰਿਹਾ ਹੈ, ਪਰ ਤੂੰ ਉਹਨੂੰ ਬਾਹਰ ਹੀ ਲੱਭ ਰਿਹਾ ਹੈ, ਜੰਗਲਾਂ ਦੇ ਅੰਦਰ ਲੱਭ ਰਿਹਾ ਹੈ। ਉਹ ਤੇ ਤੇਰੇ ਹਿਰਦੇ ਦੇ ਅੰਦਰ ਹੈ। ਸੋ ਪ੍ਰਭ ਨੇਰੇ ਹੂੰ ਤੇ ਨੇਰੇ। ਅਖੀਰਲੇ ਬਚਨ ਸਤਿਗੁਰਾਂ ਜੀ ਦੇ
ਸਾਹਿਬ ਜੀ ਨੇ ਅਖੀਰ ਬਚਨ ਕੀਤੇ, ਕਹਿਣ ਲੱਗੇ ਬਹੁਤ ਜਨਮ ਭਰਮਤ ਤੈ ਹਾਰਿਓ ਮਨਾ। ਬੜੇ ਜਨਮ ਤੂੰ ਭਟਕਣਾ ਦੇ ਅੰਦਰ, ਭਰਮ ਦੇ ਅੰਦਰ ਕੱਟ ਲਏ ਨੇ। ਬੜੀਆਂ ਟੇਢੀਆਂ ਜੂਨਾਂ ਤੋਂ ਹੋ ਕੇ ਸਤਿਗੁਰੂ ਕਹਿੰਦੇ ਤੂੰ ਆਇਆ ਏ, ਸੁਚੇਤ ਹੋ। ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ। ਕਹਿੰਦੇ ਬੜੇ ਜਨਮ ਤੂੰ ਟੇਢੀਆਂ ਜੂਨਾਂ ਦੇ ਅੰਦਰ ਗਿਆ, ਕੀੜਿਆਂ ਪਤੰਗਿਆਂ ਦੀਆਂ ਜੂਨਾਂ ਤੂੰ ਧਾਰਨ ਕੀਤੀਆਂ। ਮੱਛੀ ਦੀ ਜੂਨ, ਹਾਥੀ ਦੀਆਂ ਜੂਨਾਂ, ਘੋੜੇ ਆਦਿ ਕਹਿੰਦੇ ਇਹਨਾਂ ਦੀਆਂ ਜੂਨਾਂ ਤੂੰ ਹੁੰਦਾ ਹੋਇਆ ਇਹ ਮਨੁੱਖਾ ਜਨਮ ਤੇ ਆਇਆ। ਅਖੀਰ ਬਚਨ ਕਰਦੇ ਕਹਿੰਦੇ ਚਿਰੰਕਾਲ ਇਹ ਦੇਹ ਸੰਜਰੀਆ, ਮਿਲ ਜਗਦੀਸ਼ ਮਿਲਨ ਕੀ ਬਰੀਆ। ਚਿਰੰਕਾਲ ਇਹ ਦੇਹ ਸੰਜਰੀਆ, ਕਹਿੰਦੇ ਭਾਈ ਇਹੀ ਤੇਰੇ ਕੋਲ ਅਵਸਰ ਹੈ। ਚਿਰੰਕਾਲ ਬੜੇ ਚਿਰਾਂ ਪਿੱਛੋਂ ਇਹ ਦੇਹ ਸੰਜਰੀਆ, ਇਹ ਦੇਹ ਤੈਨੂੰ ਮਿਲੀ ਹੈ। ਸਾਹਿਬ ਕਹਿੰਦੇ ਨਾ ਬਹੁਤ ਜਨਮ ਭਰਮਤ ਤੈ ਹਾਰਿਓ। ਭਾਈ ਬੜੇ ਜਨਮਾਂ ਤੋਂ ਬਾਅਦ ਤੈਨੂੰ ਇਹ ਦੇਹ ਮਿਲੀ ਹੈ। ਅਸਥਿਰ ਮਤ ਨਹੀਂ ਪਾਈ, ਕਹਿੰਦੇ ਬੜੇ ਜਨਮਾਂ ਤੋਂ ਬਾਅਦ ਤੈਨੂੰ ਇਹ ਮਨੁੱਖਾ ਦੇਹ ਮਿਲੀ। ਜੇ ਤੇ ਪਹਿਲੀਆਂ ਜੂਨਾਂ ਦੇ ਅੰਦਰ ਸਾਂ ਤੇ ਤੈਨੂੰ ਨਹੀਂ ਸਮਝ ਆਏ ਤੇ ਕੋਈ ਗੱਲ ਨਹੀਂ, ਉਦੋਂ ਸਾਹਿਬ ਕਹਿੰਦੇ ਤੇਰੇ ਪਾਸ ਮਤ ਨਹੀਂ। ਪਰ ਕਹਿੰਦੇ ਜੇ ਹਾਲੇ ਵੀ ਤੂੰ ਭਟਕਣਾ ਦੇ ਅੰਦਰ, ਹਾਲੇ ਵੀ ਤੂੰ ਅਸਥਿਰ, ਉਹ ਮਤ ਜਿਹੜੀ ਸਥਿਰ ਹੈ, ਜਿੱਥੇ ਤੈਨੂੰ ਵਿਸ਼ਵਾਸ ਹੈ ਕਿ ਹਾਂ ਇਹ ਮਾਰਗ ਤੇ ਚੱਲੇ ਹਾਂ, ਮੇਰੀ ਮੰਜ਼ਿਲ ਮੈਨੂੰ ਮਿਲੇਗੀ। ਕਹਿੰਦੇ ਤੂੰ ਹਾਲੇ ਵੀ ਇਹ ਮਨੁੱਖਾ ਜਨਮ ਪਾ ਕੇ ਵੀ ਸਹਿਮ ਦੇ ਅੰਦਰ ਹੈ, ਭਟਕਣਾ ਦੇ ਅੰਦਰ ਚੱਲ ਰਿਹਾ ਹੈ, ਤੇ ਫਿਰ ਮੁਕਤੀ ਵਾਲਾ ਮਾਰਗ ਕਦੋਂ ਅਪਣਾਵੇਗਾ। ਬਹੁਤ ਜਨਮ ਭਰਮਤ ਤੈ ਹਾਰਿਓ, ਅਸਥਿਰ ਮਤ ਨਹੀਂ ਪਾਈ। ਮਾਨਸ ਦੇਹ ਪਾਏ ਪਦ ਹਰ ਭਜ, ਨਾਨਕ ਬਾਤ ਬਤਾਈ। ਸਾਹਿਬ ਬਚਨ ਕਰਦੇ ਕਹਿੰਦੇ ਹੇ ਭਾਈ ਇਹ ਗੱਲ ਸਮਝ, ਮਨੁੱਖਾ ਜਨਮ ਦਾ ਉੱਚਾ ਦਰਜਾ ਤੂੰ ਹਾਸਲ ਕੀਤਾ ਹੈ। ਇਹੀ ਮਾਲਕ ਦੀ ਇਬਾਦਤ ਕਰਨ ਦਾ ਸਮਾਂ ਹੈ। ਇਹੀ ਮਨੁੱਖਾ ਜਨਮ ਹੈ ਜਿਸ ਅੰਦਰ ਤੂੰ ਮੁਕਤ ਹੋ ਸਕਦਾ ਹੈ, ਭਾਵ ਜਿਸ ਅੰਦਰ ਤੂੰ 84 ਤੋਂ ਬਚ ਸਕਦਾ ਹੈ। ਸਤਿਗੁਰੂ ਜੀ ਕਿਰਪਾ ਕਰਨ ਮਾਲਕ ਜੀਆਂ ਨੇ ਇਸ ਪਾਵਨ ਸ਼ਬਦ ਦੇ ਅੰਦਰ ਵੀ ਵੱਖ-ਵੱਖ ਉਦਾਹਰਨਾਂ ਦੇ ਵਲੂਣਾ ਦੇ ਕੇ ਸਾਨੂੰ ਸੁਚੇਤ ਕੀਤਾ। ਸਤਿਗੁਰੂ ਕਿਰਪਾ ਕਰਨ। ਸਤਿਗੁਰਾਂ ਜੀ ਦਾ ਬਖਸ਼ਿਆ ਹੋਇਆ ਮੁਕਤੀ ਮਾਰਗ, ਧਰਮ ਦੀ ਕਿਰਤ, ਨਾਮ ਜਪਣਾ ਤੇ ਵੰਡ ਕੇ ਛਕਣਾ, ਇਹ ਸਤਿਗੁਰਾਂ ਜੀ ਦੇ ਦੱਸੇ ਹੋਏ ਰਸਤੇ ਤੇ ਸਿਧਾਂਤਾਂ ਤੇ ਪਾਏ ਹੋਏ ਪੂਰਨਿਆਂ ਤੇ ਚੱਲ ਸਕੀਏ। ਇਹ ਸਤਿਗੁਰਾਂ ਜੀ ਦੇ ਅੱਗੇ ਅਰਦਾਸ ਬੇਨਤੀ। ਸਤਿਗੁਰੂ ਜੀ ਕਿਰਪਾ ਕਰਨ। ਦਰ ਆਈਆਂ ਹੋਈਆਂ ਸੰਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ। ਪਾਵਨ ਵਿਚਾਰ ਕਰਦੇ ਆ ਅਣਜਾਣ ਦਾਸ ਤੋਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਨੂੰ ਬਖਸ਼ਣ ਦਿਓ। ਫਤਿਹ ਦੀ ਸਾਂਝ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ